ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਸੋਏ ਦੋਹਰਾ ਗਨ ਜਚਨ ਕੋ ਜੂਤ ਪਤ ਜਬੇ ਕਿਉ ਇਸ ਭਾਂਤ ਸ਼੍ਰੀ ਕਲਗੀਧਰ ਸੁਨ ਸਕਲ ਬੋਲੇ ਬਚ ਬਿਖਿਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਚੋਂ ਰਿਵਾਲਸਰ ਤੇ ਤੀਰਥ ਸਕੇਤ ਮੰਡੀ ਵੱਲ ਗਏ ਤੇ ਉੱਥੇ ਸਤਿਗੁਰਾਂ ਨੂੰ ਦੋ ਮਨੁੱਖ ਮਿਲੇ, ਇੱਕ ਗੰਧੀਲਾ ਤੇ ਇੱਕ ਜੱਛ, ਇੱਕ ਨਾਗਾਂ ਦੀ ਔਲਾਦ ਤੇ ਇੱਕ ਜੱਛਾਂ ਦੀ ਔਲਾਦ। ਔਰ ਇਹਨਾਂ ਦੀ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਸੀ। ਕਦੇ ਜੱਛ ਨਾਗਾਂ ਨੂੰ ਮਾਰ ਦਿੰਦੇ, ਕਦੇ ਨਾਗ ਜੱਛਾਂ ਨੂੰ ਮਾਰ ਦਿੰਦੇ। ਔਰ ਅੱਜ ਜਦ ਉਸ ਗੰਧੀਲੇ ਨੇ ਬੇਨਤੀ ਕਰੀ ਕਿ ਜੱਛਾਂ ਨੇ ਸਾਨੂੰ ਬੜਾ ਦੁੱਖ ਦਿੱਤਾ, ਇਹਨਾਂ ਨੂੰ ਖਤਮ ਕਰ ਦਿਓ ਮਹਾਰਾਜ। ਜਦ ਪਾਤਸ਼ਾਹ ਜੀ ਤੀਰ ਛੱਡਣ ਲੱਗੇ ਤੇ ਉਸ ਵੇਲੇ ਜੱਛਾਂ ਦਾ ਜਰਨੈਲ ਸਾਹਮਣੇ ਆ ਗਿਆ, ਮਹਾਰਾਜ ਬਖਸ਼ ਦਿਓ, ਲੰਬੇ ਸਮੇਂ ਤੋਂ ਠੀਕ ਹੈ ਸਾਡੀ ਲੜਾਈ ਚੱਲਦੀ ਆ ਰਹੀ ਹੈ ਔਰ ਅਸੀਂ ਦੋਨੇ ਹੀ ਤੁਹਾਡੇ ਸੇਵਕਾਂ। ਪਹਿਲਾਂ ਗੰਧੀਲਾ ਪੈਰੀ ਪੈ ਗਿਆ, ਹੁਣ ਮੈਂ ਵੀ ਪੈਰੀ ਪੈਣਾ ਔਰ ਤੁਸੀਂ ਪੱਖਪਾਤ ਨਾ ਕਰਿਓ, ਸਾਨੂੰ ਛੱਡ ਦਿਓ। ਪਾਤਸ਼ਾਹ ਜੀ ਨੇ ਤੀਰ ਵਾਪਸ ਕੱਢ ਲਿਆ ਔਰ ਨਾਲ ਹੀ ਉਹਨਾਂ ਦੋਹਾਂ ਨੇ ਇਹ ਬੇਨਤੀ ਕਰੀ ਕਿ ਮਹਾਰਾਜ ਜਦੋਂ ਤੁਹਾਡਾ ਖਾਲਸਾ ਪੰਥ 96 ਕਰੋੜੀ ਖਾਲਸਾ ਦਲ ਲੈ ਕੇ ਤੁਸੀਂ ਆਓਗੇ ਅਗਲੇ ਜਾਮੇ ਦੇ ਵਿੱਚ, ਜਿਸ ਨੂੰ ਅਸੀਂ ਨੇਕ ਕਲੰਕ ਦਾ ਅਵਤਾਰ ਕਹਿੰਦੇ ਹਾਂ, ਇਤਿਹਾਸ ਵਿੱਚ ਵੀ ਵਿਚਾਰਾਂ ਆ ਰਹੀਆਂ, ਹਿੰਦੂ ਮਤ ਦੇ ਵੇਦਾਂ ਗ੍ਰੰਥਾਂ ਵਿੱਚ ਵੀ ਨੇਕ ਕਲੰਕ ਦੇ ਆਉਣ ਬਾਰੇ ਲਿਖਿਆ ਹੋਇਆ ਔਰ ਉਹ 24ਵਾਂ ਅਵਤਾਰ ਹੋਵੇਗਾ। ਉਹ 24ਵਾਂ ਅਵਤਾਰ ਅਕਾਲ ਤਖਤ ਤੇ ਵੀ ਜਾਵੇਗਾ, ਹਰਿਮੰਦਰ ਸਾਹਿਬ ਵੀ ਜਾਵੇਗਾ ਸਾਰਾ ਕਾਰਜ ਕਰਕੇ ਉਦੋਂ ਬਾਅਦ। ਔਰ ਉਹਨਾਂ ਨੇ ਬੇਨਤੀ ਕੀਤੀ ਸਾਨੂੰ ਬਖਸ਼ ਦਿਓ। ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਗੁਰੂ ਪਿਆਰਿਓ ਉਹਨਾਂ ਦੀ ਗੱਲ ਮੰਨ ਕੇ ਦੋਨਾਂ ਨੂੰ ਮਾਫ ਕਰ ਦਿੱਤਾ ਔਰ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਾਫ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤੁਹਾਡੀ ਫੌਜ ਦੇ ਵਿੱਚ ਆਪਣੀ ਫੌਜ ਵੀ ਦੇਵਾਂਗੇ। ਜਦੋਂ ਤੁਸੀਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਓਗੇ। ਕਲਗੀਧਰ ਖੁਸ਼ੀ ਦੇ ਘਰ ਵਿੱਚ ਆ ਗਏ
ਔਰ ਦੋਨਾਂ ਨੂੰ ਫਿਰ ਪਾਤਸ਼ਾਹ ਜੀ ਇਸ ਤਰ੍ਹਾਂ ਬਖਸ਼ਾ ਕਰਦੇ ਹਨ, ਦੋਨਾਂ ਨੂੰ ਮਾਫ ਵੀ ਕਰ ਦਿੰਦੇ ਆ ਤੇ ਦੋਨਾਂ ਨੂੰ ਹੋਰ ਕੀ ਵਿਚਾਰਾਂ ਕਹਿੰਦੇ ਆ ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਨ ਜਚਨ ਕੋ ਜੂਥ ਪਤ ਜਬੇ ਕਿਹੋ ਇਸ ਭਾਂਤ। ਜੂਥ ਪਾਤੀ ਦਾ ਮਤਲਬ ਹੈ ਜਥੇਦਾਰ। ਜੂਥ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਅੱਜ ਕੱਲ ਨੌਜਵਾਨ ਜੂਥ ਹੁੰਦਾ ਇਕੱਠ। ਕਿਹਨਾਂ ਦਾ ਇਹ ਪਤੀ ਹੈ, ਕਿਹਨਾਂ ਦਾ ਜਰਨੈਲ ਹੈ? ਜੂਥ ਦਾ ਭਾਵ ਜੱਛਾਂ ਦੇ ਲੋਕਾਂ ਦਾ ਇਹ ਜਰਨੈਲ। ਜਦੋਂ ਇਸ ਨੇ ਬੇਨਤੀ ਕੀਤੀ, ਮਹਾਰਾਜ ਜਬ ਤੁਮ ਆਏ ਹੋ ਧਾਮ ਹਮਾਰੇ, ਡੇਰਾ करे हो ਲੈ ਦਲ ਭਾਰੇ, 10,000 ਦਲ ਹਮ ਤਬ ਦੈ ਹੈ, ਪੰਥ ਤੁਮਹਾਰੇ ਬਿਖੈ ਮਿਲਿਆ ਹੈ। ਅਸੀਂ ਵੀ ਤੁਹਾਡੇ ਨਾਲ ਜ਼ੁਲਮ ਨੂੰ ਖਤਮ ਕਰਨ ਵਾਸਤੇ ਮਦਦ ਕਰਾਂਗੇ, ਆਪਣੀ ਫੌਜ ਦੇਵਾਂਗੇ। ਸਗਲੇ ਕਾਰਜ ਭਲੇ ਸੁਧਾਰੈ, ਫਿਰ ਤੁਸੀਂ ਇਹ ਕਾਰਜ ਕਰਨਾ ਮਹਾਰਾਜ। ਸ਼ਤਰੂ ਪੰਥ ਕੋ ਸਭ ਨਿਰਵਾਰੈ, ਜੋ ਤੁਹਾਡੇ ਖਾਲਸਾ ਪੰਥ ਦੇ ਦੁਸ਼ਮਣ ਹੋਣਗੇ ਉਹਨਾਂ ਨੂੰ ਖਤਮ ਕਰ ਦੇਣਾ। ਲਖੋ ਭਵਿੱਖਤ ਇਹ ਬਿਰਤਾਂਤ ਹਮਰੇ ਹੋ ਅਵਲੰਬ ਭਗਵੰਤ, ਤੁਸੀਂ ਤਾਂ ਸਾਡੇ ਆਸਰੇ ਹੋ ਮਹਾਰਾਜ। ਇਉਂ ਪਾਤਸ਼ਾਹ ਜੀ ਨੇ ਫਿਰ ਉਹਨਾਂ ਜੱਛਾਂ ਨੂੰ ਕਿਹਾ, ਜਦੋਂ ਉਹਨਾਂ ਦਾ ਜਥੇਦਾਰ ਜਰਨੈਲ ਉਹਨਾਂ ਦਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦਾ ਹੈ, ਮਹਾਬੀਰ ਰਸ ਵਿਖੇ ਪਿਗੋਬਾ, ਛਿਮਾ ਕਰਨ ਆਸੇ ਜਿਸ ਜੁਵਾ। ਔਰ ਮਹਾਬੀਰ ਨੇ ਸਤਿਗੁਰਾਂ ਨੂੰ ਖੁਸ਼ ਕੀਤਾ। ਇਸ ਜਰਨੈਲ ਨੇ ਸਤਿਗੁਰਾਂ ਨੂੰ ਖੁਸ਼ ਕੀਤਾ ਔਰ ਸਤਿਗੁਰੂ ਮਾਫੀ ਕਰਨ ਲਈ, ਬਖਸ਼ਣ ਲਈ ਤਿਆਰ ਹੋ ਗਏ ਜੀ। ਆਦਿਕ ਪ੍ਰਤਾਪ ਸੰਗ ਭਰਪੂਰਾ, ਵਿਜੇ ਸਹਿਤ ਬੋਲੇ ਬਚਰੂਰਾ। ਉਸ ਵੇਲੇ ਫਿਰ ਬੜੇ ਹੀ ਪ੍ਰਤਾਪੀ ਜੋ ਜਾਹੋ ਜਲਾਲ ਜੋਸ਼ ਦੇ ਨਾਲ ਦਸਵੇਂ ਪ੍ਰੀਤਮ ਕਹਿਣ ਲੱਗੇ ਜੀ, ਜਗ ਮੈਂ ਤੁਰਕਣ ਸੈਨਾ ਅਨਗਨ, ਸਭ ਤੋਂ ਅੰਗ ਸਹਿਤ ਅਤ ਦੁਰਜਨ। ਕਹਿਣ ਲੱਗੇ ਸੰਸਾਰ ਦੇ ਵਿੱਚ ਤੁਰਕਾਂ ਦੀ ਅਣਗਿਣਤ ਸੈਨਾ ਹੈ, ਦੁਰਜਨ ਮਾੜੇ ਲੋਕ ਰਾਜ ਸਮਗਰੀ ਦੇ ਸੱਤਾਂ ਖਜ਼ਾਨਿਆਂ ਦੇ ਮਾਲਕ ਬਣ ਚੁੱਕੇ ਹਨ। ਜਿਨ ਤੇ ਕਹੋ ਮਵਾਸ ਨ ਰਹਿਓ, ਸਭ ਤੇ ਦੰਡ ਓਜ ਤੇ ਲਹਿਓ। ਔਰ ਸਮਾਂ ਆਵੇਗਾ ਇਹਨਾਂ ਦੇ ਪਾਸ ਜਿਹੜਾ ਹੈ ਕੋਈ ਵੀ ਸਾਡੇ ਤੋਂ ਆਕੀ ਨਹੀਂ ਹੋ ਸਕੇਗਾ। ਇਹਨਾਂ ਸਾਰੀਆਂ ਪਾਸੋਂ ਸ਼ਕਤੀ ਨਾਲ ਅਸੀਂ ਦੰਡ ਲੈਂਦੇ ਹਾਂ ਔਰ ਇਹ ਲੋਕ ਜਿਹੜੇ ਹਨ ਸੱਤਾਂ ਖਜ਼ਾਨਿਆਂ ਦੇ ਮਾਲਕ ਬਣ ਚੁੱਕੇ ਹਨ ਔਰ ਸੰਸਾਰ ਜਿਹੜਾ ਹੈ ਇਹਨਾਂ ਦੇ ਅੱਗੇ ਝੁਕਦਾ ਹੈ। ਅੱਜ ਦਸਵੇਂ ਪਾਤਸ਼ਾਹ ਜੀ ਕਹਿੰਦੇ ਔਰ ਇਹ ਲੋਕਾਂ ਦੇ ਕੋਲੋਂ ਧੱਕੇ ਦੇ ਨਾਲ ਦੰਡ ਦਾ ਭਾਵ ਹੈ ਜੁਰਮਾਨਾ, ਦੰਡ ਦਾ ਭਾਵ ਹੈ ਟੈਕਸ ਆਦਿ ਲਾਉਣਾ। ਇਹ ਧੱਕੇ ਨਾਲ ਜਿਹੜੇ ਲੈਣਾ ਕਰਦੇ ਹਨ ਤੁਰਕ ਆਦਿ। ਦੀਨ ਦਾਸ ਤਿਨ ਕੇਵਲ ਰਾਹੋ, ਹੁਕਮ ਕਰੇ ਨ ਪਰ ਮਨ ਭਾਓ। ਔਰ ਆ ਦੇਖੋ ਆ ਪਹਾੜੀਏ ਰਾਜੇ ਜਿਹੜੇ 22 ਧਾਰ ਦੇ ਰਾਜੇ ਹਨ, ਬੜੇ ਨਿਮਾਣੇ ਜੇ ਬਣ ਕੇ ਇਹਨਾਂ ਦੇ ਨੌਕਰ ਬਣੇ ਹੋਏ ਹਨ ਤੇ ਤੁਰਕ ਇਹਨਾਂ ਤੇ ਹੁਕਮ ਚਲਾਉਂਦੇ ਹਨ। ਜਗ ਮੈਂ ਪਿਓ ਸ਼ਤਰੂ ਪ੍ਰਤਾਪੋ, ਹੋਤੇ ਸ਼ਤਰੂ ਕੀਨੇ ਸਭ ਖਾਪੋ। ਔਰ ਸੰਸਾਰ ਦੇ ਵਿੱਚ ਉਹਨਾਂ ਦਾ ਕੋਈ ਵੀ ਵੈਰੀ ਨਹੀਂ ਰਿਹਾ, ਭਾਵ ਤੁਰਕਾਂ ਦਾ। ਇੰਨਾ ਉਹਨਾਂ ਦਾ ਪ੍ਰਤਾਪ ਫੈਲ ਗਿਆ ਸੀਗਾ ਜਿਵੇਂ ਜੇਠ ਦੇ ਮਹੀਨੇ ਦੇ ਦੁਪਹਿਰ ਦਾ ਸੂਰਜ ਹੁੰਦਾ। ਕੋ ਸਤਨਾਮ ਵਾਹਿਗੁਰੂ। ਕਹਿੰਦੇ ਉਹਨਾਂ ਦਾ ਕੋਈ ਆਕੀ ਨਹੀਂ ਰਿਹਾ, ਸਾਰਿਆਂ ਉੱਤੇ ਇਹ ਦੁਸ਼ਟ ਜਿਹੜੇ ਹਨ ਹੁਕਮ ਚਲਾਉਂਦੇ ਹਨ। ਤਿਨ ਤੁਰ ਕਨ ਅਨਗਨ ਕੋ ਮਾਰੋ, ਇੱਕ ਸਸ ਸੰਗ ਭਸਮ ਕਰ ਡਾਰੋ। ਔਰ ਮੈਂ ਤਾਂ ਇੱਕੋ ਤੀਰ ਛੱਡ ਕੇ ਇਹਨਾਂ ਅਣਗਿਣਤ ਤੁਰਕਾਂ ਦਾ ਖਾਤਮਾ ਕਰ ਦਿੰਦਾ ਹਾਂ ਔਰ ਸਵਾਹ ਕਰ ਦਿੰਦਾ ਇਹਨਾਂ ਨੂੰ। ਸਾਯੁਧ ਇੱਕ ਰਹਿਣ ਨਾ ਪਾਵੈ, ਛੁਟਿਓ ਬਾਣ ਇੱਕ ਸਾਥ ਖਪਾਵੈ। ਮੈਂ ਇੱਕੋ ਤੀਰ ਛੱਡ ਜਾਵਾਂ ਤਾਂ ਇਹਨਾਂ ਦਾ ਕੋਈ ਵੀ ਸ਼ਸਤਰੀ ਧਾਰੀ ਫੌਜੀ ਜਰਨੈਲ ਬਚਨ ਨਹੀਂ ਪਾਏਗਾ। ਤੋਂ ਸਮਾਹਮ ਕਲੂ ਵਿਚਾਰਾ, ਬਹੁਰ ਦੇ ਮਨ ਕੋ ਧਾਰਾ। ਪਰ ਫਿਰ ਅਸੀਂ ਸੋਚਦੇ ਹਾਂ ਕਲਯੁਗ ਦਾ ਭਿਆਨਕ ਸਮਾਂ ਹੈ, ਉਹ ਕਰਾਮਾਤੀ ਸ਼ਕਤੀ ਅਸੀਂ ਜ਼ਾਹਰ ਨਹੀਂ ਕਰਨੀ ਔਰ ਦੂਸਰਾ ਅਸੀਂ ਮਾਨ ਸਜਾਮਾ ਲੈ ਕੇ ਆਏ ਹਾਂ। ਰਹਿਨ ਪਲੋ ਇਨਕੇ ਅਨਸਾਰੀ, ਨੈ ਚਾਹੀਤ ਮਿਰਜਾਦ ਬਿਗਾਰੀ। ਚਲੋ ਕੁਝ ਸਮੇਂ ਵਾਸਤੇ ਅਸੀਂ ਇਹਨਾਂ ਦੇ ਅਨੁਸਾਰ ਚੱਲਣਾ ਕਰਦੇ ਹਾਂ। ਚਲੋ ਇਹ ਤੁਰਕਾਂ ਦੇ ਮੁਤਾਬਕ ਚੱਲਦੇ ਹਨ
ਇਹਨਾਂ ਦੀ ਮਰਜ਼ਾਦਾ ਦੇ ਮੁਤਾਬਕ ਚੱਲਣਾ ਕਰਦੇ ਹਨ। ਸਨੇ ਸਨੇ ਸਭ ਹੂ ਨਿਖ ਪਾਵੈ ਤੁਰਕ ਨਗਾਰ ਬੰਦ ਨਹਿ ਪਾਵੈ। ਪਰ ਹੌਲੀ ਹੌਲੀ ਅਸੀਂ ਖਾਲਸੇ ਪੰਥ ਦੇ ਰਾਹੀਂ ਇਹਨਾਂ ਤੁਰਕਾਂ ਦਾ ਖਾਤਮਾ ਕਰ ਦੇਵਾਂਗੇ ਔਰ ਇਹਨਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਬਚੇਗਾ। ਸੁਨ ਰਿਵਾਲ ਗੁਰੂ ਕੀ ਬਾਣੀ ਭਰੀ ਵੀਰ ਰਸ ਆਪ ਬਖਾਨੀ। ਔਰ ਰਿਵਾਲ ਜਦੋਂ ਸਤਿਗੁਰਾਂ ਦੇ ਮੁਖੋਂ ਐਸੇ ਜੋਸ਼ ਭਰੇ ਬਚਨ ਸੁਣਦਾ ਹੈ ਤਾਂ ਉਹ ਵੀ ਬੇਨਤੀ ਕਰਨ ਲੱਗਿਆ ਜੀ। ਅਣੀ ਕਣੀ ਲੈ ਸੰਗ ਕਰੋੜ ਪਹੁੰਚੋ ਆਏ ਆਪ ਕੀ ਔਰ। ਮਹਾਰਾਜ ਜਦੋਂ ਤੁਸੀਂ ਕਰੋੜਾਂ ਦੀ ਗਿਣਤੀ ਵਿੱਚ ਜਿਸ ਤਰ੍ਹਾਂ ਨਿਹੰਗ ਸਿੰਘਾਂ ਵਿੱਚ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ, ਜਦੋਂ ਤੁਸੀਂ ਕਰੋੜਾਂ ਦੀ ਗਿਣਤੀ ਵਿੱਚ ਅਣੀ ਕਣੀ ਭਾਵ ਫੌਜ ਲੈ ਕੇ ਆਓਗੇ। ਸੈਨ ਭਿਆਨਕ ਬਣੇ ਪੁਚੰਗੀ ਸੁਨੋ ਪਿਤਾ ਜੀ ਹੋਏ ਇੱਕ ਰੰਗੀ। ਔਰ ਜਿਸ ਵੇਲੇ ਤੁਹਾਡੀ ਭੁਜੰਗੀ ਖਾਲਸੇ ਨੂੰ ਕਿਹਾ ਜਾਂਦਾ ਹੈ, ਜਦੋਂ ਭੁਜੰਗੀਆਂ ਦੀ ਐਸੀ ਭਿਆਨਕ ਵੱਡੀ ਸੈਨਾ ਬਣ ਜਾਵੇਗੀ। ਜਬ ਇਹ ਸਮਾ ਪਹੁੰਚੋਗੇ ਆਈ ਸ਼ਤਰਨ ਸਨ ਤਬ ਕਰੋ ਲੜਾਈ। ਜਦੋਂ ਉਹ ਸਮਾਂ ਆਵੇਗਾ ਤੁਸੀਂ ਸੰਸਾਰ ਦੇ ਵਿੱਚ ਜ਼ੁਲਮ ਕਰਨ ਵਾਲੇ ਦੁਸ਼ਮਣਾਂ ਦਾ ਖਾਤਮਾ ਕਰੋਗੇ। ਜੀਤੋ ਗੰਧਰਵ ਦੇਸ਼ ਵਿਸਾਲਾ ਲਰੇ ਖਾਲਸਾ ਮਿਲ ਤਿਸ ਕਾਲਾ। ਔਰ ਜਿਸ ਵੇਲੇ ਵਿਸ਼ਾਲ ਗੰਧਰਵ ਦੇਸ਼ ਜਿੱਤ ਲਵਾਂਗਾ ਔਰ ਤੁਹਾਡੇ ਖਾਲਸੇ ਦੇ ਨਾਲ ਮਿਲ ਕੇ ਕਰ ਦਰਸ਼ਨ ਕਰੋ ਤੁਰਕ ਸੰਗਾਰ ਨਹੀਂ ਰਹਿਣ ਪਾਵੇ ਤਿਸ ਬਾਰ। ਔਰ ਅਸੀਂ ਮਾਤ ਲੋਕ ਦੇ ਵਿੱਚੋਂ ਇਹਨਾਂ ਤੁਰਕਾਂ ਨੂੰ ਗਰਦ ਵਿੱਚ ਮਿੱਟੀ ਵਿੱਚ ਮਿਲਾ ਦਿਆਂਗੇ, ਵਾਕਿਆ ਕੋਈ ਨਹੀਂ ਬਚੇਗਾ। ਬਾਰਿਕ 50 ਚਾਨਣਾ ਕਰੋ ਸਾਗਰ ਲਗ ਪ੍ਰਤਾਪ ਜਸ ਧਰੋ। ਔਰ 50 ਸਾਲ ਫਿਰ ਰਾਜ ਕਰਾਂਗੇ, ਸਮੁੰਦਰ ਤੱਕ ਪ੍ਰਤਾਪ ਫੈਲੇਗਾ। ਜੋ ਕਪੀਸ਼ ਗੰਧਰਵ ਕੀ ਸੰਤਤ ਜਿਮੀ ਦਬਾਏ ਲੇਂਗੀ ਸੰਤਤ। ਔਰ ਜਿਹੜੀ ਕਪੀਸ਼ ਗੰਧਰਵਾਂ ਦੀ ਸੰਤਾਨ ਹੈ ਉਹ ਧਰਤੀ ਨੂੰ ਦਬ ਲਵੇਗੀ। ਧਰਤ ਮਲੇਸ਼ ਭਾਵ ਜੋ ਤਨ ਮੈਂ ਸਭਿਨ ਪਲਾਏ ਦੇਹੋ ਰਨ ਮੈਂ। ਭਾਵ ਜਿਹੜੇ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ, ਜਿਸ ਤਰ੍ਹਾਂ ਅੱਜ ਹੋ ਰਿਹਾ ਹੈ ਗੁਰੂ ਪਿਆਰਿਓ, ਇੱਕੋ ਹੀ ਰੰਗ ਦੇ ਵਿੱਚ ਦੁਨੀਆ ਨੂੰ ਰੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪੰਜਾਬ ਦੇ ਜਿਹੜੇ ਸਿੱਖ ਹਨ ਜਾਂ ਪੰਜਾਬ ਦੇ ਜਿਹੜੇ ਲੋਕ ਹਨ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ। ਇਹੋ ਜਿਹੀਆਂ ਭਵਿੱਖਬਾਣੀਆਂ ਸਤਿਗੁਰਾਂ ਦੇ ਬਚਨਾਂ ਵਿੱਚੋਂ ਸਾਨੂੰ ਮਿਲਦੀਆਂ ਕਿ ਆਉਣ ਵਾਲੇ ਸਮੇਂ ਵਿੱਚ ਕਪੀਸ਼ ਬਾਂਦਰ ਸੈਨਾ, ਕਪੀਸ਼ ਬਾਂਦਰ ਨੂੰ ਕਹਿੰਦੇ ਆ, ਜਦੋਂ ਇਹ ਬਾਂਦਰਾਂ ਦੇ ਬੱਚੇ ਬਾਨਰ ਸੈਨਾ ਜਿਹੜੀ ਹੈ ਇਹ ਸਾਰੀ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ, ਧਰਤੀ ਨੂੰ ਦਬ ਲੈਣਗੇ, ਭਾਵ ਸਾਰੀ ਤੇ ਕਬਜ਼ਾ ਕਰਨ ਦੀ ਸਲਾਹ ਕਰਨਗੇ। ਪੰਥ ਖਾਲਸਾ ਰਾਖ ਦਿਖਾਵੋ ਤੇਜ ਬਿਲੰਦ ਜਗਤ ਵਿਦਤਾਵੋ। ਉਸ ਵੇਲੇ ਫਿਰ ਖਾਲਸਾ ਪੰਥ ਇਹਨਾਂ ਤੋਂ ਇਹ ਧਰਤੀ ਨੂੰ ਆਜ਼ਾਦ ਕਰਾਵੇਗਾ, ਛੁਡਾਵੇਗਾ ਔਰ ਮੈਂ ਵੀ ਆਪਣੀ ਫੌਜ ਇਹਦੇ ਵਿੱਚ ਦੇਵਾਂਗਾ। ਕਰੋ ਬਿਆਲੀ ਮਦਨਾ ਨਾਰੀ ਪੁੱਤਰ ਪਾਵੋ ਦੈ ਬਲ ਭਾਰੀ। ਔਰ ਫਿਰ ਮੈਂ ਸ਼ਾਦੀ ਕਰਾਂਗਾ ਔਰ ਮੇਰੇ 2 ਪੁੱਤਰ ਹੋਣਗੇ। ਜਬ ਵੈ ਰਾਜ ਸਾਜ ਅਰ ਐ ਤਬ ਸਰੀਰ ਆਪਣ ਤਜਦੈ ਹੈ। ਜਦੋਂ ਮੇਰੀ ਉਹ ਦੋਨੇ ਪੁੱਤਰ ਰਾਜ ਭਾਗ ਨੂੰ ਸੰਭਾਲ ਲੈਣਗੇ ਮੈਂ ਫਿਰ ਸਰੀਰ ਛੱਡਾਂਗਾ। ਮੁਝ ਪਿੱਛੇ ਬੜ ਹੋਏ ਲੜਾਈ ਖੰਡਨ ਕਰੇ ਪਰਜਾ ਸਮਦਾਈ। ਔਰ ਮੇਰੇ ਤੋਂ ਬਾਅਦ ਫਿਰ ਬਹੁਤ ਜੰਗ ਹੋਣਗੇ, ਪਰਜਾ ਦੀ ਕੱਟ ਵੱਢ ਹੋਣੀ ਆ, ਖੰਡਨ ਭਾਵ ਬਹੁਤ ਕੱਟ ਵੱਢ ਹੋਣੀ ਹੈ। ਇੱਕ ਸੁਤ ਕੋਹੇ ਰਾਜ ਵਿਸ਼ੇਸ਼ੂ ਦੇਸ਼ ਕਾਮਗੜ ਲਗੋ ਅਸ਼ੇਸ਼ੂ। ਇੱਕ ਪੁੱਤਰ ਨੂੰ ਵਿਸ਼ੇਸ਼ ਰਾਜ ਹੋਵੇਗਾ, ਕਾਮਗੜ ਢਾਕੇ ਬੰਗਲੇ ਦਾ ਭਾਵ ਦਿੱਲੀ ਤੋਂ ਵੱਡਾ ਤੀਰਥ ਪ੍ਰਯਾਗ ਜੋ ਹੈ। ਦਿੱਲੀ ਤੀਰਥ ਬੜੋ ਪ੍ਰਯਾਗੂ ਜੈ ਲਗ ਪੂਰਬ ਕੇਰ ਵਿਭਾਗੂ। ਵਿਭਾਗ ਹੁੰਦਾ ਉਹ ਇਲਾਕਾ ਦਿੱਲੀ ਤੋਂ ਲੈ ਕੇ ਪ੍ਰਯਾਗ ਰਾਜ ਤੱਕ ਦਾ ਹਿੱਸਾ। ਸਭ ਕੋ ਰਾਜ ਕਰੇ ਮਮ ਨੰਦ ਸੋ ਜਸ ਪ੍ਰਤਾਪ ਵਧਾਏ ਬਿਲੰਦ। ਉਹ ਸਾਰੇ ਹਿੱਸੇ ਤੇ ਮੇਰਾ ਪੁੱਤਰ ਰਾਜ ਕਰੇਗਾ। ਸਿੰਧ ਮਹਾਨਦ ਬਹਿਤ ਚਨਾਉ ਰਾਵੀ ਸਤਰ ਦਵ ਲਗੋ ਪ੍ਰਭਾਉ। ਫਿਰ ਕਹਿੰਦੇ ਸਿੰਧ ਸਮੁੰਦਰ ਤੋਂ ਲੈ ਕੇ ਸਤਲੁਜ ਤੋਂ ਲੈ ਕੇ ਔਰ ਸਾਗਰ ਤੋਂ ਲੈ ਕੇ ਰਾਵੀ ਦਰਿਆ ਤੱਕ, ਸਤਲੁਜ ਤੋਂ ਅੱਗੇ ਰਾਵੀ ਦਰਿਆ ਤੱਕ ਜਿਹੜਾ ਹੈ ਇਹ ਪ੍ਰਭਾਵ ਦੂਜੇ ਪੁੱਤਰ ਦੇ ਕੋਲ ਰਾਜ ਹੋਵੇਗਾ। ਭਾਵ ਅੱਧਾ ਰਾਜ ਇੱਕ ਪੁੱਤਰ ਕੋਲੇ
ਤੇ ਅੱਧਾ ਦੂਜੇ ਕੋਲ ਹੋਵੇਗਾ। ਦੁਤੀਏ ਨੰਦਨ ਕੋ ਹੋਇ ਰਾਜ ਬਦੇ ਵਿਭੂਤ ਵਿਸਾਲ ਸਮਾਜ। ਔਰ ਇਸ ਤਰ੍ਹਾਂ ਮੇਰੇ ਦੋਨਾਂ ਪੁੱਤਰਾਂ ਦਾ ਰਾਜ ਭਾਗ ਦੂਰ ਤੱਕ ਫੈਲੇਗਾ। ਪੁਰ ਕਸ਼ਮੀਰ ਸੋ ਪਛਮ ਦਿਸ਼ ਕੋ ਸਭ ਮੇ ਰਾਜ ਹੋਇ ਹੈ ਤਿਸ ਕੋ। ਔਰ ਪੁਰ ਕਸ਼ਮੀਰ, ਕਸ਼ਮੀਰ ਵਾਲੇ ਪਾਸੇ, ਸ਼ਿਪਦੇ ਵਾਲੇ ਪਾਸੇ ਤੋਂ ਲੈ ਕੇ ਕਸ਼ਮੀਰ ਵਾਲੇ ਪਾਸੇ ਤੇ ਰਾਵੀ ਤੋਂ ਅੱਗੇ ਤੱਕ ਸਤਲੁਜ ਟੱਪ ਕੇ ਇੱਥੇ ਮੇਰਾ ਦੂਸਰਾ ਪੁੱਤਰ ਰਾਜ ਕਰੇਗਾ। ਵਰਨ ਆਲਮੀ ਕਰੇ ਉਚਾਰਾ ਇਮ ਕੈ ਗੁਰ ਕੀ ਸੰਗ ਸਿਧਾਰਾ। ਔਰ ਇਸ ਤਰ੍ਹਾਂ ਬਰਮ ਆਲਮੀ ਭਾਵ ਇਹ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਲਮੀ ਵਰਨ ਕਹਾਉਣਗੇ। ਇੰਨੀਆਂ ਗੱਲਾਂ ਕਰਕੇ ਉਹ ਗੰਧੀਲਾ ਵੀ ਜਿਹੜਾ ਹੈ ਕਹਿੰਦੇ ਚਲਿਆ ਗਿਆ। ਸਰਦ ਧਾਰ ਬਿਨਤੀ ਕਹਿ ਸੀ हे ਪ੍ਰਭ ਮੁਝ ਕੋ ਆਗਿਆ ਕੈਸੀ। ਤਾਂ ਗੁਰੂ ਪਿਆਰਿਓ ਦੂਸਰਾ ਜਿਹੜਾ ਜਥੇਦਾਰ ਸੀਗਾ ਜੱਸ਼ਾਂ ਦਾ ਉਹ ਕਹਿੰਦਾ ਜੀ ਮੈਨੂੰ ਕੀ ਹੁਕਮ ਹੈ। ਮਹਾਰਾਜ ਤਨ ਪਤ ਅਲਕੇਸ਼ ਤਿਸ ਪ੍ਰਤ ਕਹੀਏ ਕੁਛ ਸੰਦੇਸ਼। ਮਹਾਰਾਜ ਧਨ ਦੇ ਪਤੀ ਕੁਬੇਰ ਰਾਜੇ ਨੂੰ ਕੁਝ ਹੁਕਮ ਕਰੋ। ਤਿਸ ਕੋ ਪਠਿਓ ਆਪ ਡਿਗ ਆਇਓ ਜਿਮ ਭਾਖਿਓ ਮੈਂ ਆਨ ਸੁਨਾਇਓ। ਮਹਾਰਾਜ ਉਸ ਦਾ ਭੇਜਿਆ ਹੋਇਆ ਹੀ ਮੈਂ ਆਇਆ ਹਾਂ ਕੁਬੇਰ ਰਾਜੇ ਦਾ। ਜਿਵੇਂ ਤੁਸੀਂ ਮੈਨੂੰ ਕਿਹਾ ਮੈਂ ਦੱਸ ਦਿੱਤਾ ਜੀ। ਤਿਮ ਜਿਮ ਕਹੋ ਸੁਨਾਵਨ ਕਹੂੰ ਸਕਲ ਜਛ ਰਾਵਰ ਅਸਰਹੂ। ਔਰ ਮਹਾਰਾਜ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਉਹਨੂੰ ਕੀ ਸੁਨੇਹਾ ਦੇਵਾਂ। ਔਰ ਸਾਡੇ ਸਾਰੇ ਜੱਜ ਜਿਹੜੇ ਹਨ ਤੁਹਾਡੇ ਅਨਸਰ ਹੋ, ਤੁਹਾਡੇ ਅਨਸਾਰ ਚੱਲਣਗੇ। ਨਤ ਮੈਂ ਗਮਨੋ ਸੰਗ ਤੁਮਾਰੇ ਚਲ ਆਨੰਦਪੁਰ ਕਰੋ ਉਚਾਰੇ। ਜੇ ਕਹੋ ਤਾਂ ਮੈਂ ਤੁਹਾਡੇ ਨਾਲ ਆਨੰਦਪੁਰ ਚਲਿਆ ਜਾਣਾ। ਉਹ ਜਿਹੜਾ ਜੱਛਾਂ ਦਾ ਜਰਨੈਲ ਸੀਗਾ ਗੰਧੀਲਾ ਤਾਂ ਚਲਿਆ ਗਿਆ, ਨਾਗਾਂ ਦਾ ਜਰਨੈਲ ਚਲਿਆ ਗਿਆ, ਜੱਛਾਂ ਦਾ ਜਰਨੈਲ ਕਹਿਣ ਲੱਗਿਆ ਕਹੋ ਤਾਂ ਮੈਂ ਤੁਹਾਡੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਵੀ ਜਾ ਸਕਦਾ ਹਾਂ। ਸੁਣ ਕੇ ਸ੍ਰੀ ਮੁਖ ਬਚਨ ਉਚਾਰੇ ਸਰਦ ਧਾਰ ਅਬ ਹਟੋ ਪਿਛਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ ਤੂੰ ਵਾਪਸ ਹੀ ਚਲਿਆ ਜਾ। ਕਹੋ ਕਬੀਰ ਸੰਗ ਸੰਦੇਸ਼ ਕਰ ਆਨੰਦਪੁਰ ਜੰਗ ਵਿਸ਼ੇਸ਼। ਜਾ ਕੇ ਕੁਬੇਰ ਨੂੰ ਕਹਿ ਦੇਈ ਕਿ ਆਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਜੰਗ ਚੱਲਣਾ ਹੈ। ਪੁੰਨ ਚਮਕੌਰ ਕਰੇ ਕਮਸਾਨਾ ਬਹੁਰ ਮੁਕਤ ਸਰ ਕਰ ਹਰ ਆਨਾ। ਉਹਨੂੰ ਦੱਸ ਦਿਓ ਆਨੰਦਪੁਰ ਤੋਂ ਇਹ ਜੰਗ ਸ਼ੁਰੂ ਹੋਣਾ ਤੇ ਚਮਕੌਰ ਸਾਹਿਬ ਜਾ ਕੇ ਹੋਣਾ ਤੇ ਫਿਰ ਇਹ ਜੰਗ ਚੱਲਦਾ ਹੋਇਆ ਮੁਕਤਸਰ ਸਾਹਿਬ ਤੱਕ ਜਾਣਾ ਹੈ ਜੀ। ਹਿੰਦੂ ਧਰਮ ਸਥਾਪਨ ਕਰਕੇ ਬਹੁਤ ਤੁਰਕਨ ਕੋ ਪ੍ਰਾਣ ਨਿਕਰ ਕੇ। ਤੁਰਕਾਂ ਦਾ ਜ਼ੁਲਮ ਦਾ ਰਾਜ ਖਤਮ ਕਰਕੇ ਤੇ ਅਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਹਿੰਦੁਸਤਾਨ ਦੇ ਵਾਸੀਆਂ ਨੂੰ ਰਾਜ ਦੇਵਾਂਗੇ। ਉਦੋਂ ਇਹਨਾਂ ਲੋਕਾਂ ਨੂੰ ਰਾਜ ਦਿੱਤਾ। 10ਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਅਤੇ ਤੁਰਕਾਂ ਨੂੰ ਖਤਮ ਕਰਕੇ। ਪੁਨ ਹਮ ਦੱਖਣ ਕੋ ਚੜ ਜੈ ਹੈ ਤਹਾਂ ਪਹੁੰਚ ਪਰਲੋਕ ਸਿਧੇ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤੁਰਕਾਂ ਦੇ ਪ੍ਰਾਣ ਕੱਢ ਕੇ ਹਿੰਦੁਸਤਾਨ ਦੇ ਵਾਸੀਆਂ ਨੂੰ ਜਿਨ੍ਹਾਂ ਤੇ ਤੁਰਕ ਜ਼ੁਲਮ ਕਰਦੇ ਆ ਖਤਮ ਕਰਕੇ ਇਹਨਾਂ ਨੂੰ ਰਾਜ ਦੇ ਦੇਾਂਗੇ। ਪੰਥ ਤੁਰਕ ਕੋ ਅਧਿਕ ਵਿਰੋਧਾ ਕਰੋ ਖਪਾਵਨ ਨੀਕੇ ਸੋਧ। ਕਿਉਂਕਿ ਖਾਲਸਾ ਪੰਥ ਦਾ ਤੇ ਤੁਰਕਾਂ ਦਾ ਬਹੁਤ ਵਿਰੋਧ ਚੱਲ ਰਿਹਾ ਹੈ, ਇਹਨਾਂ ਦਾ ਖਾਤਮਾ ਕਰਨਾ ਹੈ ਜੀ। ਅਵਰੰਗ ਜੋ ਮੁਹੰਮਦੀ ਭਾਰੀ ਤਿਸ ਬਿਨ ਸਾਇਕੇ ਭਲੀ ਪ੍ਰਕਾਰੀ। ਔਰ ਔਰੰਗਜ਼ੇਬ ਜਿਹੜਾ ਮੁਹੰਮਦੀ ਹੈ ਭਾਵ ਮੁਸਲਮਾਨੀ ਮਤ ਦਾ ਰਾਜਾ ਹੈ ਜਿਹੜਾ ਹਿੰਦੁਸਤਾਨ ਤੇ ਇਸ ਭਾਰਤ ਵਰਸ਼ ਤੇ ਬੜਾ ਜ਼ੁਲਮ ਕਰਨ ਲੱਗਿਆ ਹੋਇਆ ਹੈ ਉਸ ਦਾ ਵਿਨਾਸ਼ ਕਰਕੇ। ਪੁਨ ਹਮ ਦੱਖਣ ਕੋ ਚੜ ਜੈ ਹੈ ਤਹਾਂ ਪਹੁੰਚ ਪਰਲੋਕ ਸਿਧੇ ਹੈ। ਔਰ ਫਿਰ ਅਸੀਂ ਜਿਹੜਾ ਹੈ ਦੱਖਣ ਵੱਲ ਜਾ ਕੇ ਸੰਸਾਰ ਚੋਂ ਅਲੋਪ ਹੋਵਾਂਗੇ, ਪਰਲੋਕ ਨੂੰ ਚਲੇ ਜਾਵਾਂਗੇ। ਪੁਨ ਰਿਵਾਲ ਸੰਕ ਕਹਿਓ ਗੋਸਾਈ ਅਬ ਵਿਰੋਧ ਤੁਮ ਦੇਹੋ ਮਿਟਾਈ। ਔਰ ਹੁਣ ਜੱਸ਼ਾਂ ਦੇ ਜਰਨੈਲ ਨੂੰ ਤੇ ਰਵਾਲ ਨੂੰ ਕਿਹਾ ਵੀ ਤੁਸੀਂ ਇਹ ਲੜਾਈਆਂ ਛੱਡੋ, ਆਪਸ ਵਿੱਚ ਪਿਆਰ ਨਾਲ ਰਹੋ ਜੀ। ਸਰੰਗ ਕਾਲ ਕਰ ਚੁਕੇ ਲੜਾਈ ਦਿਸ਼ ਦੋਨੋਂ ਤਮਹੀ ਬਨ ਆਈ। ਤੁਸੀਂ ਬਥੇਰੀ ਲੜਾਈ ਕੀਤੀ ਹੈ ਇੱਕ ਦੂਜੇ ਦੇ ਨਾਲ, ਲੰਮਾ ਸਮਾਂ ਹੋ ਗਿਆ ਹੈ। ਸਮਾ ਪਾਈ ਨਿਜ ਲੀਜੇ ਰਾਜੂ ਭੋਗੋ ਐਸ਼ਵਰਜ ਰਾਜ ਸਮਾਜੂ। ਸਮਾਂ ਆਉਣ ਤੇ ਤੁਹਾਨੂੰ ਰਾਜ ਮਿਲੇਗਾ ਔਰ ਰਾਜ ਭੋਗ ਲੈਣਾ ਜੀ। ਨਾਹ ਕਰਨ ਰਚ ਫਸੋ ਕਲੇਸ਼ੂ ਦਿਸ਼ ਦੋਨੋਂ ਤਜ ਦਸ਼ੇਸ਼ ਵਿਸ਼ੇਸ਼ੂ। ਐਵੇਂ ਫਜ਼ੂਲ ਦੀਆਂ ਜੰਗਾਂ ਕਰਕੇ ਯੁੱਧ ਕਰਕੇ ਕਲੇਸ਼ਾਂ ਵਿੱਚ ਨਾ ਫਸੋ
ਦੋਨੇ ਪਾਸੇ ਉਹੀ ਦਵੈਸ਼ ਈਰਖਾ ਨੂੰ ਕੱਢ ਦਿਓ, ਖਤਮ ਕਰ ਦਿਓ। एम ही सरद धार समझायो कहरी बाल तै संग मिलायो। ਐਵੇਂ ਹੀ ਜਥੇਦਾਰ ਜੋ ਜੱਸ਼ਾਂ ਦਾ ਸੀਗਾ ਉਹਨੂੰ ਵੀ ਸਮਝਾਇਆ ਤੇ ਰਵਾਲ ਨੂੰ ਸਮਝਾਇਆ ਔਰ ਦੋਨਾਂ ਦੀ ਸੰਧੀ ਕਰਾ ਦਿੱਤੀ ਹੈ, ਦੋਨਾਂ ਦੀ ਗਲਵਕੜੀ ਪਵਾ ਦਿੱਤੀ ਹੈ, ਦੋਨਾਂ ਦਾ ਮਿਲਾਪ ਕਰਵਾ ਦਿੱਤਾ ਹੈ। कहो कबीर संग समझाए नागन साथ विरोध मिटाए। ਔਰ ਜਾਸ਼ਾਂ ਦੇ ਜਥੇਦਾਰ ਨੂੰ ਕਿਹਾ ਜਾ ਕੇ ਕਹਿਦੀ ਕਬੀਰ ਨੂੰ ਕਿ ਨਾਗਾਂ ਦੇ ਨਾਲ ਦੁਸ਼ਮਣੀ ਬੰਦ ਕਰ ਦੇਣ। हमरे कहे संद कर लीजै नाहक संगर नाहि करीजै। ਉਹਨੂੰ ਕਹਿਦੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਸਾਡੇ ਕਹੇ ਇਹਨਾਂ ਦੇ ਨਾਲ ਸੰਧੀ ਕਰ ਲਓ, ਐਵੇਂ ਨਾ ਲੜਾਈਆਂ ਕਰੋ। सोनेर बाल पनोचरण कीन मैं तुमरो बच सिर धर दीन। ਰਵਾਲ ਕਹਿਣ ਲੱਗਿਆ ਰੇਵਾ ਦਾ ਪੁੱਤਰ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਸਿਰ ਧਰ ਕੇ ਮੰਨਦਾ ਹਾਂ, ਭਾਵ ਮੰਨਦਾ ਹਾਂ ਹੁਣੇ ਹੀ। प्रथम बखीरा मैं न करो जच हंकारे ते न टरो। ਮੈਂ ਪਹਿਲਾਂ ਲੜਾਈ ਨਹੀਂ ਕਰਾਂਗਾ, ਪਰ ਜੇ ਇਹ ਲੜਾਈ ਕਰਨਗੇ ਫਿਰ ਮੈਥੋਂ ਟਲਿਆ ਨਹੀਂ ਜਾਣਾ। श्री मुख कहो हमारो बैन दृढ़ को बीर माने चित चैन। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਕਰ ਨਾ ਕਰ, ਸਾਡੇ ਬਚਨਾਂ ਨੂੰ ਕਬੀਰ ਵੀ ਮੰਨੂਗਾ। जिम तू कही हमारी मानै तुझ ते 10 गुण सो मन मानै। ਜਿਵੇਂ ਤੂੰ ਸਾਡੀ ਬਚਨ 7 ਵਚਨ ਕਹਿ ਕੇ ਮੰਨੇ ਹਨ, ਐਵੇਂ ਹੀ 10 ਗੁਣਾ ਕਬੀਰ ਵੀ ਜੱਛਾਂ ਦੀ ਜਿਹੜੀ ਫੌਜ ਹੈ ਉਹ ਵੀ ਮੰਨੇਗੀ। इम में दोनों संग मिलाए तबरी बाल उर मोह हरखाए। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੋਨਾਂ ਦੀ ਸੰਧੀ ਕਰਵਾ ਦਿੱਤੀ ਹੈ, ਦੋਨੇ ਬੜੇ ਖੁਸ਼ ਹੋਏ। हाथ जोड़ कर गात सुनाए एक सम्मत अपदा तुम पाए। ਕਹਿਣ ਲੱਗੇ ਦੋਨਾਂ ਨੇ ਇੱਕ ਤਰ੍ਹਾਂ ਦੇ ਨਾਲ ਹੀ ਦੁੱਖ ਵੀ ਪਾਇਆ, ਲੜਾਈਆਂ ਦੇ ਵਿੱਚ ਦੋਨੇ ਧਿਰਾਂ ਨੂੰ ਹੀ ਦੁੱਖ ਮਿਲਿਆ ਹੈ। अनक भी तन के उठो कलेशु विपता तुमको परे वशिशु। ਔਰ ਜਿਸ ਦੇ ਨਾਲ ਤੁਹਾਨੂੰ ਅਨੇਕਾਂ ਤਰ੍ਹਾਂ ਦੀ ਵਿਪਤਾ ਦੁੱਖ ਕਲੇਸ਼ ਪ੍ਰਾਪਤ ਹੋਏ ਹਨ। तब मैं मिलो आए कुबारी तिसको कारण करो उचारी। ਔਰ ਫਿਰ ਮੈਂ ਦੁਬਾਰਾ ਤੁਹਾਨੂੰ ਮਿਲਾਂਗਾ, ਪੁੱਛਾਂਗਾ ਤੁਹਾਨੂੰ ਇਸ ਬਾਰੇ। गायत्री सब वेदन माता तिसके हृदय को पोपहाता। ਕਹਿਣ ਲੱਗੇ ਗਾਇਤਰੀ ਆਦि ਜਿਹੜੀ ਵੇਦਾਂ ਦੀ ਬਾਣੀ ਹੈ ਉਸ ਦੇ ਵਿੱਚ मेरो करियो गुरु अपमाना अंगीकार करन न ठाना। ਮੈਂ ਉਹਨਾਂ ਵੇਦਾਂ ਨੂੰ ਗਾਇਤਰੀ ਆਦि ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਸਾਡਾ ਜਿਹੜਾ ਹੈ ਅਪਮਾਨ ਕੀਤਾ ਹੈ। नहीं पंथ मैं दे उपदेशु मोहे बिसरायो हृदय अशीषु। ਔਰ ਮੈਂ ਆਪਣੇ ਪੰਥ ਨੂੰ ਵੀ ਉਹਨਾਂ ਵੇਦਾਂ ਨੂੰ ਪੜਨ ਦਾ ਹੁਕਮ ਨਹੀਂ ਦਿੱਤਾ। ਪਾਤਸ਼ਾਹ ਜੀ ਦਾ ਬਚਨ ਆਪਾਂ ਉਹਨਾਂ ਦੇ ਸਵਈਆਂ ਚੋਂ ਵੀ ਪੜ੍ਹ ਲੈਂਦੇ ਹਾਂ। ਮੈਂ ਨਾ ਗਣੇਸ਼ਾ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਵਹੂ ਨ ਧਿਆਉ ਕਾਨ ਸੁਣੇ ਪਹਿਚਾਨ ਨ ਤਿਨਸਿਓ ਲਿਵ ਲਾਗੀ ਮੋਰੀ ਪਗ ਇਨਸਿਓ। ਇਹਦਾ ਕੀ ਅਰਥ ਹੈ? ਕਾਨ ਸੁਣੇ ਪਹਿਚਾਨ ਨ ਤਿਨਸੋ, ਭਾਵ ਜੋ ਆਕਾਸ਼ ਬਾਣੀ ਮੇਰੇ ਕੰਨ ਸੁਣ ਰਹੇ ਨੇ, ਅਕਾਲ ਪੁਰਖ ਦੀ ਆਵਾਜ਼ ਬਾਣੀ, ਭਾਵੇਂ ਕਿ ਜਾਣ ਪਛਾਣ ਨਹੀਂ ਹੋ ਸਕਦੀ ਕਿਉਂਕਿ ਇਹਦੀ ਕੋਈ ਫੋਟੋ ਨਹੀਂ ਹੈ, ਸਰੂਪ ਨਹੀਂ ਹੈ ਸ਼ਬਦ ਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਸ਼ਬਦ ਨਾਲ ਜੁੜਿਆ ਹਾਂ ਤੇ ਆਪਣੇ ਸਿੱਖਾਂ ਨੂੰ ਸ਼ਬਦ ਨਾਲ ਹੀ ਜੋੜਿਆ। ਉਹਨਾਂ ਨੂੰ ਮੈਂ ਹਿੰਦੂ ਮਤ ਦੇ ਵੇਦਾਂ ਗ੍ਰੰਥਾਂ ਨਾਲ ਜੁੜਨ ਦਾ ਹੁਕਮ ਨਹੀਂ ਦਿੱਤਾ। ਕੋਈ ਸਤਿਨਾਮ ਵਾਹਿਗੁਰੂ। ਕਿਉਂਕਿ ਉਹਨਾਂ ਨੇ ਮੇਰੇ ਗੁਰੂ ਦੀ ਬੇਅਦਬੀ ਕੀਤੀ ਆ, ਭਾਵ ਉਹਨਾਂ ਦੇ ਵਿੱਚ ਪਰਮੇਸ਼ਰ ਨੂੰ ਜਪਣ ਦੀ ਗੱਲ ਛੱਡ ਕੇ ਬਰਮਾ ਵਿਸ਼ਨੂੰ ਮਹੇਸ਼ ਵਰਗਿਆਂ ਨੂੰ ਰੱਬ ਬਣਾਇਆ ਪਿਆ। ਕੋਈ ਸਤਿਨਾਮ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਦਾ ਗੁਰੂ ਕੌਣ ਹੈ? ਪਰਮੇਸ਼ਰ। ਉਹਨਾਂ ਦੇ ਵਿੱਚ ਪਰਮੇਸ਼ਰ ਦੀ ਗੱਲ ਨਹੀਂ ਹੈ, ਇਸ ਕਰਕੇ ਕਿ ਉਹਨਾਂ ਨੇ ਪਰਮੇਸ਼ਰ ਦੀ ਗੱਲ ਨਹੀਂ ਕੀਤੀ ਤੇ ਮੈਂ ਵੀ ਉਹਨਾਂ ਨੂੰ ਮੰਨਦਾ ਨਹੀਂ ਤੇ ਮੈਂ ਆਪਣੇ ਸਿੱਖਾਂ ਨੂੰ ਵੀ ਉਹਨਾਂ ਦੇ ਮੰਨਣ ਦੀ ਸਲਾਹ ਨਹੀਂ ਦਿੱਤੀ। ਸਰਬ ਮਰਿਆਦ ਸਥਾਪਨ ਕੀਨਾ ਹਿੰਦ ਧਰਮ ਤਰ ਰੱਖਿਓ ਪਰਬੀਨ। ਧਰਤੀ ਤੇ ਭਾਵੇਂ ਅਸੀਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਬਲੀਦਾਨ ਦਿੱਤਾ, ਮੇਰੇ ਪਿਤਾ ਜੀ ਨੇ ਜੰਗਾਂ ਜੁੱਧਾਂ ਹੋਈਆਂ ਇਸ ਧਰਮ ਨੂੰ ਬਚਾਉਣ ਵਾਸਤੇ ਕੀਤੀਆਂ, ਪਰ ਅਸੀਂ ਇਸ ਨੂੰ ਮੰਨਦੇ ਨਹੀਂ ਆ। ਕੋਈ ਸਤਿਨਾਮ ਵਾਹਿਗੁਰੂ। ਕਿਉਂਕਿ ਗੁਰੂ ਹੈ, ਸਭ ਦਾ ਸਾਂਝਾ ਹੈ। ਜਿਸ ਤਰ੍ਹਾਂ ਇੱਥੇ ਦੋਨਾਂ ਦੀ ਇੱਛਾ ਪੂਰੀ ਕਰ ਦਿੱਤੀ, ਸੰਧੀ ਕਰਾ ਦਿੱਤੀ, ਤਾਂ ਗੁਰੂ ਜਿਹੜਾ ਜਾਂ ਖਾਲਸਾ ਪੰਥ ਹੈ ਜਿਹੜਾ ਤੁਸੀਂ ਵੇਖ ਰਹੇ ਹੋ ਲੰਮੇ ਸਮੇਂ ਤੋਂ, ਜਿੱਥੇ ਵੀ ਕੋਈ ਆਫਤ ਆਉਂਦੀ ਹੈ ਤੇ ਖਾਲਸਾ ਪੰਥ ਉੱਥੇ ਪਹੁੰਚ ਕੇ ਮਦਦ ਕਰਦਾ, ਚਾਹੇ ਲੰਗਰ ਚਲਾਉਂਦਾ, ਚਾਹੇ ਦਵਾਈਆਂ ਦਿੰਦਾ, ਚਾਹੇ ਉਹਨਾਂ ਦੀ ਮਦਦ ਜਿਵੇਂ ਵੀ ਲੋੜ ਪੈਂਦੀ ਹੈ ਕਰਦਾ। ਭਾਵ ਜੋ ਖਾਲਸਾ ਪੰਥ ਸਾਜਿਆ ਅਕਾਲ ਪੁਰਖ ਦਾ ਇਹ ਪੁੱਤਰ ਹੈ, ਪ੍ਰਗਟਿਓ ਖਾਲਸਾ
परमात्मा की मौज, खालसा अकाल पुरख की फौज। गुरु गोबिंद सिंह जी ने साजिया है, ਜਦੋਂ भी कोई किसी ते ਵਧੀਕੀ करता है उस निमाने दे नाल खालसा खड़दा आया ते खड़दा रहेगा। कहो सतनाम वाहिगुरू। पिछों तो खड़दा आ रहा है। ਜਦੋਂ भी किसी ने निमाने ते जुल्म किया है, चाहे हिंदुआ ने किसी मुसलमान ते जुल्म किया है, चाहे मुसलमाना ने हिंदुआ ते जुल्म किया है, ये साजिया ही भतीजा इसे वास्ते है, इन्हां दोहां नूं सैट रखण वास्ते। कहो सतनाम वाहिगुरू। हाँ, भावें कहदी असीं ਇਹ ਹਿੰਦੂ ਧਰਮ ਦੀ ਰੱਖਿਆ ਕੀਤੀ ਆ, ਪਰ ਅਸੀਂ ਇਸ ਨੂੰ ਮੰਨਦੇ ਨਹੀਂ। ਏਕ ਮੋਹਿ ਕੋ ਹਿਰਦੇ ਵਿਸਾਰਾ, ਜਾਂ ਤੇਰੇ ਕਰ ਸ਼ਰਾਫ ਉਚਾਰਾ। ਇੱਕ ਮੈਨੂੰ ਇਹਨਾਂ ਨੇ ਹਿਰਦੇ ਵਿੱਚੋਂ ਵਸਾਰਿਆ ਹੈ, ਇਸ ਕਰਕੇ ਮੈਂ गुस्से विच हाँ। को विपता समते को, एक कारण है जलद बबेको। और कहन लगे इस तरह इन्हां दे विपता भोगण दा, दुख भोगण दा इहो ही कारण है कि इन्हां ने मैनू भाव परमेश्वर नू नहीं मन्निया। किसी ने ब्रह्मा नू रब मान लिया, किसी ने विष्णु, किसी ने महादेव नू, किसी ने दरख्तां नू, किसी ने पशुआं पंछियां नू, किसी ने मूर्तियां नू रब मान लिया। ਪ੍ਰੀਤਮ ਜੀ ਅਕਾਲ ਪੁਰਖ ਵੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਦੇ ਹਨ ਕਿ ਜਾਏ ਜਹਾਂ ਤੇ ਧਰਮ ਵਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਉਦੋਂ ਨਾਲ ਇਹ ਵੀ ਦੱਸਦੇ ਹੈ ਕਿ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਦੈਂਤ ਰਚ ਦੀਏ ਦੁਖਦਾਈ। ਜਦੋਂ ਪਹਿਲੀ ਦੁਨੀਆ ਬਣਾਈ ਮੈਂ, ਤੇ ਜਿਹੜੇ ਉਹਦੇ ਵਿੱਚ ਮੈਂ ਮਨੁੱਖ ਬਣਾਏ, ਉਹਨਾਂ ਵਿੱਚ ਮੈਂ ਇੰਨੀ ਤਾਕਤ ਭਰ ਦਿੱਤੀ ਕਿ ਉਹਨਾਂ ਨੇ ਆਪਸ ਵਿੱਚ ਲੜ ਲੜ ਕੇ ਮਰਨਾ ਸ਼ੁਰੂ ਕਰਤਾ। ਤੇ ਸਭ ਬਲ ਭੁਜਾ ਉਰਜਾ, ਬਾਹੂਬਲ ਕਰਕੇ ਜਿਵੇਂ ਪੁਰਾਣੇ ਰਾਜੇ ਲੜਦੇ ਰਹੇ, ਰਾਵਣ ਵਰਗੇ, ਜਾਂ ਉਸ ਤੋਂ ਪਹਿਲਾਂ ਦੇ ਰਾਜੇ, ਜਾਂ ਉਸ ਤੋਂ ਵੀ ਪਹਿਲਾਂ ਦੇ ਰਾਜੇ ਜਿਹੜੇ ਲੜਦੇ ਰਹੇ ਆਪਣੀ ਬਲ ਨੂੰ ਲੈ ਕੇ। ਤੇ ਹਮ ਸਭ ਤਨਕ ਤਮਕ ਮੋ ਖਾਪੇ, ਮੈਨੂੰ ਗੁੱਸਾ ਆਇਆ ਤੇ ਮੈਂ ਉਹ ਖਤਮ ਕਰਤੇ। ਤਿੰਨ ਕੀ ਠੌੜ ਦੇਵਤਾ ਥਾਪੇ, ਫਿਰ ਮੈਂ ਥੋੜਾ ਗਿਆਨ ਦੇ ਕੇ ਦੇਵਤਿਆਂ ਦੀ ਸਾਜਨਾ ਕੀਤੀ, ਪਰ ਇਹਨਾਂ ਦੇਵਤਿਆਂ ਨੇ ਵੀ ਆਪਣੇ ਆਪ ਨੂੰ ਰੱਬ ਕਹਾਉਣਾ ਸ਼ੁਰੂ ਕਰਤਾ। पार ब्रह्म को प्रभु न किने बखाना, आपन ही मत उरझाना, अपनी मत विच ही फसे रह गए। ब्रह्मा कहंदा अहं ब्रह्मी अस्मि मैं ही रब हां, विष्णु कहंदा मैं रब हां, महादेव कहंदा मैं रब हां। और आउण सार बाबे नानक ने उस ओम दा बना के ऊड़ा ते मूरे एका लाता, कहंदे ओ एक है तिन नहीं। कहो सतनाम वाहिगुरू। ਜਿਹੜਾ ਓਮ ਸ਼ਬਦ ਹੈ ਉਹ ਤਿੰਨਾਂ ਦੀ ਸਲਾਹ ਦਿੰਦਾ ਹੈ। ਬਰਮਾ ਵਿਸ਼ਨੂੰ ਮਹੇਸ਼ ਤਿੰਨ ਰੱਬ ਹਨ, ਪਰ ਬਾਬਾ ਜੀ ਨੇ ਉਸ ਦੇ ਉੱਤੇ ਲਾ ਕੇ ਕਾਰ ਦਾ ਮਤਲਬ ਹੈ ਜਿਹਦਾ ਹੁਕਮ ਚੱਲਦਾ ਹੈ ਉਹ ਇੱਕ ਹੈ। ਇਹ ਤਿੰਨ ਵੀ ਉਹਦੇ ਨੌਕਰ ਹੈ, ਕਰਿੰਦੇ ਹੈ, ਕੰਮ ਕਰਨ ਵਾਸਤੇ ਸਾਜੇ ਹੈ। ਏਕਾ ਮਾਈ, ਉਹਨੇ ਆਪਣੀ ਮਾਇਆ ਦੇ ਨਾਲ ਜੁਗਤ ਵਿਆਹੀ, ਉਹਦੇ ਵਿੱਚੋਂ ਤਿੰਨ ਚੇਲੇ ਪ੍ਰਵਾਨ ਇਹ ਪੈਦਾ ਕੀਤੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹਨਾਂ ਤਿੰਨਾਂ ਦੀ ਤਿਆਰੀ ਕਰਕੇ ਫਿਰ ਇਹਨਾਂ ਦੀਆਂ ਡਿਊਟੀਆਂ ਲਾਈਆਂ। ਇਹ ਮਾਲਕ ਨਹੀਂ ਹੈ, ਹੁਕਮ ਕਿਸੇ ਹੋਰ ਦਾ ਚੱਲਦਾ ਹੈ। ਕਹੋ ਸਤਨਾਮ ਵਾਹਿਗੁਰੂ। ਇਹਨਾਂ ਲੋਕਾਂ ਨੇ ਉਸ ਪਾਲ ਪਰਮੇਸ਼ਰ ਨੂੰ, ਮੇਰੇ ਗੁਰੂ ਨੂੰ ਮੰਨਿਆ ਨਹੀਂ, ਇਸ ਕਰਕੇ ਮੈਨੂੰ ਇਹਨਾਂ ਤੇ ਗੁੱਸਾ ਹੈ। ਪਾਹੁਲ ਦੀ ਪੰਥ ਉਪਜਾਏ, ਆਪ ਲੈ ਪਾਹੁਲ ਹਰਿ ਖਾਏ। ਫਿਰ ਮੈਂ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਜਦੋਂ ਇਹਨਾਂ ਨੇ ਮੇਰੀ ਗੱਲ ਨਹੀਂ ਸਮਝੀ। ਕਹੋ ਸਤਨਾਮ ਵਾਹਿਗੁਰੂ। ਇਹਨਾਂ ਪਹਾੜੀਆਂ ਨੂੰ ਵੀ ਕਿਹਾ ਸੀ ਪਾਤਸ਼ਾਹ ਜੀ ਨੇ, ਬਈ ਤੁਸੀਂ ਅੰਮ੍ਰਿਤ ਛਕ ਲਓ, ਮੇਰੇ ਨਾਲ ਰਲ ਜਾਓ, ਇਸ ਜ਼ੁਲਮ ਦਾ ਖਾਤਮਾ ਕਰ ਦੇਵਾਂਗੇ ਭਾਰਤ ਵਰਸ਼ ਵਿੱਚੋਂ, ਔਰ ਸਦਾ ਸਦਾ ਲਈ ਤੁਹਾਨੂੰ ਪੱਕੇ ਰਾਜੇ ਬਣਾ ਦਿਆਂਗੇ। ਤਾਂ ਉਸ ਵੇਲੇ ਪਹਾੜੀਏ ਕਹਿੰਦੇ ਜੀ ਅਸੀਂ ਅੰਮ੍ਰਿਤ ਛਕ ਲਾਂਗੇ, ਪਰ ਸਾਨੂੰ ਕੱਲਿਆਂ ਨੂੰ ਛਕਾ ਦਿਓ। ਅਸੀਂ ਆਹ ਜਿਹੜੀ ਹੈ ਬੋਦੀ ਰੱਖੀ ਹੈ, ਧੋਤੀ ਬੰਨ੍ਹਦੇ ਆ, ਜਨੇਊ ਪਾਉਣੇ ਆ, ਇਹ ਤਾਂ ਨਹੀਂ ਛੱਡਣਾ ਅਸੀਂ। ਪਾਤਸ਼ਾਹ ਕਹਿੰਦੇ ਫਿਰ ਆਪਦੇ ਕੋਲੇ ਰੱਖੋ। ਫਿਰ ਐਡਾ ਅੰਮ੍ਰਿਤ ਮਿਲਦਾ ਵੀ ਨਹੀਂ ਸੌਖਾ। ਕਹੋ ਸਤਨਾਮ, ਇੰਨਾ ਸੌਖਾ ਵੀ ਨਹੀਂ ਮਿਲਦਾ। ਫਿਰ ਜਿਹੜਾ ਮੈਂ ਮਕਸਦ ਲੈ ਕੇ ਆਇਆ, ਫਿਰ ਮੇਰਾ ਮਕਸਦ ਪੂਰਾ ਨਹੀਂ ਹੁੰਦਾਗਾ। ਤੇ ਉਹਨਾਂ ਦੀ ਇਸ ਇੱਛਾ ਕਰਕੇ ਉਹਨਾਂ ਨੂੰ ਨਾ ਆਪਣੇ ਸਿੱਖ ਬਣਾਇਆ, ਨਾ ਅੰਮ੍ਰਿਤ ਦਿੱਤਾ, ਔਰ ਨਾ ਹੀ ਗੁਰੂ ਪਿਆਰੋ ਫਿਰ ਉਹਨਾਂ ਨੂੰ ਸ਼ਕਤੀਆਂ ਦਿੱਤੀਆਂ। ਪ੍ਰੀਤਮ ਜੀ ਕਹਿੰਦੇ ਇਸ ਕਰਕੇ ਮੈਂ ਫਿਰ ਪਹੁਲ ਤਿਆਰ ਕੀਤੀ, ਔਰ ਪਹੁਲ ਦੇ ਨਾਲ ਖੰਡੇ ਕੀ ਪਹੁਲ ਇਹ ਤਿਆਰ ਕੀਤੀ, ਪੰਥ ਪੈਦਾ ਕੀਤਾ, ਤੇ ਫਿਰ ਪੰਥ ਕੋਲੋਂ ਆਪ ਵੀ ਪਹੁਲ ਛਕਣੀ ਕੀਤੀ ਜੀ। ਮੇਰੇ ਬਿਨਾ ਕੀਨ ਸਭ ਕਾਰਾ, ਜੋ ਵਿਚਾਰ ਕਰ ਕੋ ਪੁਚਾਰਾ। ਔਰ ਇਹਨਾਂ ਨੇ ਮੇਰੀ ਮਰਜ਼ੀ ਨਹੀਂ ਲਈ, ਮੇਰੀ ਸਲਾਹ ਨਹੀਂ ਲਈ,
ਤਾਂ ਤੇ ਮੈਨੂੰ ਇਹਨਾਂ ਤੇ ਗੁੱਸਾ ਆਇਆ। याति तुम सचेत नित रहिए श्राप गायत्री को उर लहिए। ਔਰ ਗੁਰੂ ਪਿਆਰਿਓ, ਇਹ ਜਿਹੜੀ ਗਾਇਤਰੀ ਵਾਲੀ ਗੱਲ ਹੈ, ਇਹ ਭਗਤ ਨਾਮਦੇਵ ਜੀ ਨੇ ਬਾਣੀ ਵਿੱਚ ਵੀ ਲਿਖੀ ਹੈ। पांडे तुमरी गायत्री लोधे का खेत खाती थी, लेकर ठेंगा टगरी तोड़ी, लांगत लांगत जाती थी। पांडे तुमरा रामचंद सो भी आव देखा था, रावण सेती सरवर होई, घर की जोए गवाई थी। पांडे तुमरा महादेव ओदी भी गल कर लै, वो भी आया मैं देखे है, मोती के घर खाना पाका। जिस लांगरी दे घरों लंगर छकिया वो सीधा ही बच्चा मार गया, तुरिया जांदा को सतनाम वाहिगुरु। पांडे तुमरा महादेव सो भी आव देखिया था, मोदी के घर खाना पका। इत्थे मोदी शब्द नूं मैं पिछे सुनिया, कहते मोदी नूं मोदी नाल जोड़ी जांदे है। मोदी दा मतलब लांगरी आ को सतनाम वाहिगुरु। मोदी खाने दा मतलब लंगर चलाउण वाला प्रबंधक है। ते पिछे जे आ मोदी खाने दी रीत जी चल पई सी ना, दवाइयां वाले ने मोदी खाना खोलता, किते होर किसी ने खोलता, एक ने मॉल खोल के नाम मोदी खाना रख के साइड ते मोदी दी फोटो लाती को सतनाम वाहिगुरु। साइड ते मोदी दी फोटो लाती, कहने वो ये की आ, कहने मोदी खाना है। कहने मोदी खाना तो हैगा पर आ फोटो की दी आ, कहने मोदी दी है, ते मोदी दे नाम ते चलाया। कहंदे ओह मोदी नहीं हैगा, ये मोदी दा मतलब मोदी खाना मतलब गुरु नानक दा लंगर सी। सब तो पहला मोदी शब्द बाबे नानक ने वरतिया को सतनाम वाहिगुरु। तो मूर्खां नूं कौन समझावे, खैर गुरु कृपा करन। इस करके गुरु प्यारिओ, सतगुरु पातशाह जी कहंदे तुसीं सचेत रहे हो, मेरी सिੱਖੀ तो बाहर नहीं जाना। समय समय में पहुंच मिले हो, तुमरे बाक सुने उचरे हो। और मैं समय समय ते ਤੁਹਾਨੂੰ ਮਿਲਦਾ ਰਹਾਂਗਾ, ਤੁਹਾਡੀ ਗੱਲਬਾਤ ਵੀ ਸੁਣਦਾ ਰਹਾਂਗਾ ਤੇ ਦੱਸਦਾ ਵੀ ਰਹਾਂਗਾ। इस प्रकार करके संवादा दोनों हटे हृदय अहलादा। ਇਸ ਤਰ੍ਹਾਂ ਸਤਿਗੁਰਾਂ ਦੇ ਨਾਲ ਵਿਚਾਰਾਂ ਕਰਕੇ ਦੋਨੇ ਹੀ ਜਥੇਦਾਰ, ਜੱਛਾਂ ਦਾ ਜਰਨੈਲ ਤੇ ਨਾਗਾਂ ਦਾ ਜਰਨੈਲ ਚਲੇ ਗਏ ਜੀ। पादे अरविंद बंदना करके गए आपले थान सिदर के। ਉਹ ਸਤਿਗੁਰਾਂ ਦੇ ਚਰਨਾਂ 'ਚ ਦੋਨਾਂ ਨੇ ਨਮਸਕਾਰ ਕੀਤੀ, ਆਪਸ ਵਿੱਚ ਪਿਆਰ ਕੀਤਾ। ਸਤਿਗੁਰ ਕਹਿੰਦੇ ਹੁਣ ਲੜਨਾ ਨਹੀਂ, ਉਹਨਾਂ ਦੀ ਲੜਾਈ ਬੰਦ ਕਰਵਾ ਦਿੱਤੀ और बड़े खुशी खुशी नमस्कार करके चरना चले गए हन। शारद तार जच अलकापुरी मिल कुबेर को सब सुध करी। और जच्छा दे जरनैल ने जाके कुबेर नू सारी खबर सुनाई है। सतगुर के संदेश सुनाए सुन तन पत मन में हर खाए। और सतगुरां दे सारे स्नेहे इन्हें कुबेर नू दिते है। कुबेर तां कहंदे उदों भी सतगुर जी दीयां मिन्नतां करदा सीगा जदों सतगुरां दे आनंदपुर नूं चार छपेरियों घेरा पा लिया मुगलों ने और अंदर राशन नहीं सी जान देंदे। तो कुबेर कहन लगे महाराज सिंघां नूं क्यों भुखे मारदे हो, असीं सीधा ही खजाना जिहड़ा है लंगर दा इहदे विच ही ला दिंदे आ किले दे। कहो सतनाम वाहिगुरू। पातशाह कहंदे नहीं, मैं हजे खालसे नूं होर भी तकड़ा करना है कि भुखां दे विच भी ये हारे ना। कहो सतनाम वाहिगुरू। एक सुनियारा कोले पत्तरी जी हुंदी, ਉਹਨੂੰ ਜਿੰਦਰੀ ਕਹਿੰਦੇ ਆ। ਉਹਦੇ ਵਿੱਚ ਮੋਰੀਆਂ ਹੁੰਦੀਆਂ, ਮੋਟੀ ਫਿਰ ਬਰੀਕ ਫਿਰ ਬਰੀਕ ਫਿਰ ਬਰੀਕ ਫਿਰ ਬਰੀਕ ਫਿਰ ਬਰੀਕ, ਉਹਦੇ ਵਿੱਚੋਂ ਦੀ ਤਾਰਾਂ ਖਿੱਚਦੇ ਆ ਤੇ ਤਾਰ ਨੂੰ ਖਿੱਚ ਕੇ ਉਂਗਲ ਵਰਗੀ ਤਾਰ ਨੂੰ ਚੱਲਦੇ ਚੱਲਦੇ ਬਾਲ ਵਰਗੀ ਖਿੱਚ ਪਤਲੀ ਕਰ ਦਿੰਦੇ ਆ। ਕੋ ਸਤਨਾਮ ਵਾਹਿਗੁਰੂ। ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮੈਂ ਇਹਨੂੰ ਜਿੰਦਰੀ ਦੇ ਵਿੱਚ ਦੀ ਟਪਾਉਣਾ ਹੈ। ਹਜੇ ਖਾਲਸੇ ਨੂੰ ਅਸੀਂ ਕਹਿ ਦਿੰਨੇ ਆ ਸੂਈ ਦੇ ਨੱਕੇ ਵਿੱਚ ਦੀ ਟਪਾਉਣਾ। ਕੋ ਸਤਨਾਮ, ਉਹ ਨੱਕੇ ਹੀ ਹੁੰਦੇ ਆ ਬਰੀਕ ਬਰੀਕ। तो इस तरह गुरु प्यारिओ सतगुरु कबीर नूं कहंदे नहीं कुछ नहीं भेजना, जे लोड़ पई दसांगे। ते जदों फिर बराड़ा ने इत्थे पातशाह जी दे घोड़े नूं रोक लिया ना, कहंदे असीं इदों अगे नहीं जाना, असीं हुण तुहाडा साथ नहीं दे सकदे। गां भागो की जमीन आ गई, ये तलवंडी दा इलाका भागो की जमीन बजदी सी, वो बराड़ा दे पिछे रह गई और सानू साडियां तनखाहां दिओ। कहो सतनाम वाहिगुरू। पातशाह कहंदे चलदे आ गाह किते पड़ा करांगे, संगत आऊगी माया आजूगी दे देंगे। कहंदे बिल्कुल नहीं, इत्थे ही दिओ। पातशाह कहंदे रुको, इत्थे नहीं मिलदे पैसे, है ही नहीं अपने कोले हुण। कहंदे ना जी असीं तां इदों का ना सोनू जान दईए ते ना असीं भागो की धरती च पैर पाउणा। बराड़ कहंदे कहन लगे ठीक आ। उदों फिर पातशाह ने कहंदे तीर छड्डिया आकाशां नूं, भाव कुबेर नूं सुनेहा भेजिया मैं लिया हुण खजाने दी लोड़ है। कहो सतनाम वाहिगुरू। उत्थे फिर कहंदे एक ਵਪਾਰੀ
ਖੱਚਰਾਂ ਦੀ ਉੱਤੇ ਮੋਹਰਾਂ ਦੀਆਂ ਬੋਰੀਆਂ ਲੱਦੀਆਂ ਹੋਈਆਂ ਤੇ ਆ ਗਿਆ ਅੱਗੋਂ। ਕਹਿੰਦੇ ਪਾਤਸ਼ਾਹ ਠਹਿਰੋ, ਮੈਂ ਤੁਹਾਨੂੰ ਕਿੱਦਾਂ ਦਾ ਲੱਭਦਾ ਫਿਰਦਾ, ਆ ਤੁਹਾਡਾ ਦਸੌਂਧ ਚੱਕੀ ਫਿਰਦਾ, ਲੈਨੂੰ ਲੈ ਲਓ ਹੁਣ। ਕਹਿੰਦੇ ਲਿਆ, ਹੁਣ ਇਹਦੀ ਬੜੀ ਲੋੜ ਸੀ। ਕਹੋ ਸਤਿਨਾਮ ਵਾਹਿਗੁਰੂ। ਉੱਥੇ ਫਿਰ ਢੇਰੀਆਂ ਕਰ ਲਈਆਂ, ਢੇਰੀ ਕਰਕੇ ਤੇ ਪਾਤਸ਼ਾਹ ਕਹਿੰਦੇ ਆ ਜਾਓ ਵੀ ਬਰਾੜੋ, ਲੈ ਲਓ ਹੁਣ ਤਨਖਾਹ। ਪਰ ਤਨਖਾਹ ਲੈਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਓ, ਇੱਕ ਚੀਜ਼ ਮਿਲੂ, ਜਾਂ ਸਿੱਖੀ ਜਾਂ ਪੈਸਾ। ਉਹ ਕਹਿੰਦੇ ਸਿੱਖ ਤਾਂ ਅਸੀਂ ਹੈਗੇ ਹੀ ਆ। ਪਾਤਸ਼ਾਹ ਜੀ ਕਹਿੰਦੇ ਬਿਨ ਪਹੁਲ ਕੇਸ ਧਰੇ ਭੇਖੀ ਮੂੜਾ ਸਿੱਖ। ਉਹ ਸਿੱਖ ਨਹੀਂ, ਉਹ ਭੇਖੀ ਹੈ। ਜੇ ਪਹੁਲ ਲਏ ਤੋਂ ਬਿਨਾ, ਗੁਰੂ ਵਾਲਾ ਬਣੇ ਤੋਂ ਬਗੈਰ ਪੱਗ ਬੰਨ੍ਹ ਕੇ ਕਹਿੰਦਾ ਮੈਂ ਸਿੱਖ ਹਾਂ। ਗੁਰੂ ਅਮਰਦਾਸ ਨੂੰ ਪੁੱਛੋ, ਉਹ ਕਹਿੰਦੇ ਐ ਨਹੀਂ ਸਿੱਖ ਬਣਦਾ ਤੂੰ। 100 ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਬਰਾੜ ਕਹਿੰਦੇ ਜੀ ਸਿੱਖ ਤਾਂ ਅਸੀਂ ਹੈਗੇ ਆ ਤੇ ਸਾਨੂੰ ਮਾਇਆ ਦਿਓ। ਕਹਿੰਦੇ ਨਾ, ਇੱਕ ਚੀਜ਼ ਮਿਲੂਗੀ। ਕਹਿੰਦੇ ਜੀ ਮਾਇਆ ਦਿਓ ਸਾਨੂੰ। ਕਹਿੰਦੇ ਆਓ ਫਿਰ ਲਓ ਮਾਲਾ। ਤੇ ਫਿਰ ਢਾਲਾਂ ਭਰ ਭਰ ਕੇ ਉਹਨਾਂ ਨੂੰ ਮੋਹਰਾਂ ਦੀਆਂ ਦਿੱਤੀਆਂ। ਤੇ ਗੁਰੂ ਪਿਆਰੋ ਚਲਦੇ ਚਲਦੇ ਬਰਾੜਾਂ ਦੇ ਵਿੱਚੋਂ ਇੱਕ ਬਰਾੜ ਰਹਿ ਗਿਆ। ਉਹਨੂੰ ਕਹਿਣ ਲੱਗੇ ਵੀ ਆ ਜਾ। ਉਹ ਕਹਿਣ ਲੱਗਿਆ ਨਾ ਮਹਾਰਾਜ, ਮੈਂ ਨਹੀਂ ਲੈਣਾ, ਮੈਨੂੰ ਸਿੱਖੀ ਚਾਹੀਦੀ ਹੈ। ਤਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਸਾਥੀ ਲੈ ਗਏ, ਤੂੰ ਵੀ ਲੈ ਜਾ। ਉਸ ਵੇਲੇ ਗੁਰੂ ਪਿਆਰਿਓ ਉਸ ਵੀਰ ਨੇ ਪਾਤਸ਼ਾਹ ਜੀ ਦੇ ਪੈਰੀ ਪੈ ਕੇ ਰੋਣਾ ਵੀ ਕੀਤਾ, ਮਹਾਰਾਜ ਜਿਨ੍ਹਾਂ ਨੂੰ ਮਾਇਆ ਦੀ ਲੋੜ ਸੀ ਲੈ ਗਏ, ਪਰ ਮੈਨੂੰ ਇਸ ਮਾਇਆ ਦੀ ਲੋੜ ਨਹੀਂ, ਮੈਨੂੰ ਸਿੱਖੀ ਦੀ ਲੋੜ ਹੈ। ਤੇ ਉਸ ਵੇਲੇ ਗੁਰੂ ਪਿਆਰਿਓ ਉਸ ਬਰਾੜ ਨੇ ਸਤਿਗੁਰਾਂ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ। ਤੇ ਉੱਥੇ ਪਾਤਸ਼ਾਹ ਨੇ ਉਸ ਨੂੰ ਕਿਹਾ, ਸਿੱਖਾ ਤੂੰ ਮਾਲਵੇ ਦੀ ਜਿਹੜੀ ਹੈ ਉਹ ਸਿੱਖੀ ਰੱਖ ਲਈ ਹੈ, ਜਿਵੇਂ ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖ ਲਈ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਵਾਰੀ ਕਬੀਰ ਨੇ ਮਿੰਨਤਾਂ ਕੀਤੀਆਂ ਕਿ ਭੇਜੀਏ ਖਜ਼ਾਨਾ। ਕਹਿੰਦੇ ਨਹੀਂ, ਹਜੇ ਸਿੱਖਾਂ ਨੂੰ ਹੋਰ ਵੀ ਛਾਂਟਣਾ ਹੈ, ਇਹਨਾਂ ਨੂੰ ਹੋਰ ਵੀ ਮੈਂ ਦੁੱਖਾਂ ਦੇ ਵਿੱਚੋਂ ਦੀ ਲਗਾ ਕੇ ਤੇ ਦੁੱਖਾਂ ਨੂੰ ਝੱਲਣ ਦੀ ਤਾਕਤ ਦੇਣੀ ਹੈ। ਪੈਰ ਭਾਵ ਨਾਗਨ ਸੰਗ ਛੋਰਾ, ਮਿਲੇ ਮੇਲ ਹਿਤ ਕਰ ਜੁਗੋਰਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਜੱਛਾਂ ਤੇ ਨਾਗਾਂ ਦਾ ਜਿਹੜਾ ਸੀਗਾ ਮੇਲ ਮਿਲਾਪ ਹੋ ਗਿਆ, ਲੜਾਈ ਖਤਮ ਕਰਵਾ ਦਿੱਤੇ ਜੇ। ਇਸ ਪ੍ਰਕਾਰ ਤਹਿ ਭਇਓ ਪ੍ਰਸੰਗ, ਸਤਿਗੁਰ ਪੰਜ ਸਿੰਘ ਲੈ ਸੰਗ। ਇਹ ਪ੍ਰਸੰਗ ਉੱਥੇ ਪੂਰਾ ਹੋਇਆ ਤੇ ਸਤਿਗੁਰੂ ਆਪਣੇ ਸਿੰਘਾਂ ਨੂੰ ਲੈ ਕੇ ਉਸ ਮਾਲਵੀਆ ਪਹਾੜ ਤੋਂ ਥੱਲੇ ਉਤਰੇ ਆਏ, ਰਵਾਲਸਰ ਦੇ ਤੀਰਥ ਵੱਲ, ਸਕੇਤ ਮੰਡੀ ਵੱਲ। ਪਰਬਤ ਪਰਤੇ ਉਤਰਤ ਪਹੇ, ਸਿਵਰ ਆਪਨੇ ਆਵਨ ਕਹੇ। ਔਰ ਜਿੱਥੇ ਇਹਨਾਂ ਨੇ ਉਤਾਰਾ ਕੀਤਾ ਸੀ, ਤੰਬੂ ਆਦਿ ਲਾਏ ਸੀ, ਉੱਥੇ ਆ ਗਏ ਹਨ। ਚਾਰੋ ਸਾਹਿਬਜ਼ਾਦੇ ਹਰਖੇ, ਮੇਲਾ ਹੀਰਤ ਤੀਰਥ ਪਰਖੇ। ਔਰ ਪਰਿਵਾਰ ਉੱਥੇ ਉਡੀਕ ਰਿਹਾ ਸੀਗਾ, ਉਹਨਾਂ ਦੇ ਨਾਲ ਆ ਕੇ ਮਿਲੇ ਸਾਹਿਬਜ਼ਾਦੇ। ਪਰਿਵਾਰ ਖੁਸ਼ ਹੋਇਆ ਅੱਜ ਦੇ ਮੇਲੇ ਨੂੰ ਦੇਖ ਕੇ। ਮਾਤਾ ਗੁਜਰੀ ਕੀ ਨਿਸ਼ਨਾਨ, ਕੀਨਸ ਕੰਚਨ ਕੋ ਬਹੁਦਾਨ। ਮਾਤਾ ਗੁਜਰੀ ਜੀ ਵੀ ਨਾਲ ਆਏ ਆ, ਕਿਉਂਕਿ ਪੰਮੇ ਪੰਡਤ ਨੇ ਗੱਲ ਕਹੀ ਸੀ ਬਈ ਮਹਾਰਾਜ ਉੱਥੇ ਇੱਕ ਪਹਾੜੀ ਨਾ ਪਾਣੀ ਤੇ ਤੈਰਦੀ ਹੈ। ਤਾਂ ਪਾਤਸ਼ਾਹ ਜੀ ਦੇ ਸਿੱਖਾਂ ਨੇ ਕਿਹਾ ਸਾਨੂੰ ਉਹ ਦਿਖਾ ਕੇ ਲਿਆਓ। ਕਹਿੰਦੇ ਚਲੋ ਦਿਖਾ ਕੇ ਲਿਆਈਏ। ਵਾਕਿਆ ਹਜੇ ਵੀ ਉਹ ਤੈਰ ਰਹੀ ਆ। ਸਾਇੰਸਦਾਨ ਕਹਿੰਦੇ ਜਿੰਨਾ ਚਿਰ ਇਹ ਤੈਰਦੀ ਰਹੂਗੀ ਪਹਾੜੀ ਪਾਣੀ ਤੇ, ਉਹਨਾਂ ਚਿਰ ਸੰਸਾਰ ਬਚਿਆ ਰਹੂਗਾ। ਜਿੱਦੇ ਇਹ ਡੁੱਬ ਗਈ ਜਾਂ ਤੈਰਨੋਂ ਹਟ ਗਈ, ਉਹਦੇ ਸੰਸਾਰ ਤੇ ਵੱਡੀ ਆਫਤ ਆਉਣੀ ਆ। ਕੋਈ ਸਤਿਨਾਮ ਵਾਹਿਗੁਰੂ। ਤਾਂ ਖੈਰ ਮਨੋਬਿਰਤੀਆਂ ਉੱਥੇ ਰੱਖੀ। ਅੱਜ ਵੀ ਉਹ ਤੈਰਦੀ ਦਿਖਾਈ ਉਹਨਾਂ ਨੇ ਰਵਾਲਸਰ ਦੇ ਇਲਾਕੇ ਦੇ ਵਿੱਚ। ਮੇਰੇ ਪ੍ਰੀਤਮ ਜੀ ਕਹਿੰਦੇ ਮਾਤਾ ਗੁਜਰੀ ਜੀ ਹੋਰਾਂ ਨੇ ਬਹੁਤ ਸਾਰੀ ਉੱਥੇ ਮਾਇਆ ਸੋਨਾ ਆਦਿ ਦਾਨ ਕੀਤਾ ਹੈ ਜੀ। ਵਸਤਰ ਵਿਭੂਕਣ ਜੀਤਵਾਦ, ਦੇ ਕਰ ਗੁਰ ਮਹਿਲਾ ਅਹਲਾਦ। ਔਰ ਗੁਰੂ ਪਿਆਰਿਓ ਮਾਤਾ ਜੀ ਹੋਰਾਂ ਨੇ ਭਾਵ ਸਤਿਗੁਰਾਂ ਦੇ ਮਹਿਲਾ ਨੇ ਵੀ ਬਹੁਤ ਸਾਰੀ ਮਾਇਆ ਗਰੀਬਾਂ ਨੂੰ ਦੇ ਕੇ ਉਹਨਾਂ ਦੀਆਂ ਅਸੀਸਾਂ ਲਈਆਂ, ਖੁਸ਼ੇ ਲਏ ਜੀ। ਸਰਬ ਆਨੰਦ ਬਿਲੰਦ ਕਰਨ ਤੇ, ਸਤਿਗੁਰ ਮਹਿਮਾ ਉਰ ਪਰਖਤੇ। ਸਾਰੇ ਬੜੇ ਖੁਸ਼ ਹੋਏ ਔਰ ਗੁਰੂ ਦੀ ਮਹਿਮਾ ਨੂੰ ਜਾਣ ਕੇ। ਕੇਤਕ ਦਿਵਸ ਥਿਰਿਓ ਤਹਿ ਡੇਰਾ, ਦੇਸ਼ ਗਿਰਨ ਕੋ ਫਿਰ ਹੀਰਾ। ਔਰ ਪਹਾੜੀ ਇਲਾਕੇ ਨੂੰ ਕਈ ਦਿਨ ਗੁਰੂ ਕੀਆਂ ਫੌਜਾਂ ਨੇ ਦੇਖਣਾ ਕੀਤਾ ਹੈ ਜੀ। ਹੁਣ ਸਤਿਗੁਰ ਕਰ ਕੂਚ ਪਧਾਰੇ, ਸਕਲ ਖਾਲਸਾ ਹੋ ਤਿਆਰੇ। ਔਰ ਫਿਰ ਉੱਥੋਂ ਪਾਤਸ਼ਾਹ ਜੀ ਨੇ ਅੱਗੇ ਚਾਲੇ ਪਾਏ ਹਨ। ਬਾਜ ਉੱਠਿਓ ਰਣਜੀਤ ਨਗਾਰਾ, ਗਿਰਵਰ ਕੇ ਮਗ ਪ੍ਰਭੂ ਪਧਾਰਾ। ਇਉਂ ਫਿਰ ਨਗਾਰੇ ਤੇ ਚੋਟ ਲਾਈ ਆ ਤੇ ਫੌਜਾਂ ਪਹਾੜੀ ਇਲਾਕੇ ਰਾਹੀਂ
ਰਾਣੀ ਚੱਲ ਪਈਆਂ ਹਨ। ਚੜੀ ਪਾਲਕੀ ਗੁਜਰੀ ਚਾਲੀ ਸਨੇ ਸਨੇ ਗਿਰ ਮਗ ਬਿਦ ਭਾਲੀ। ਮਾਤਾ ਗੁਜਰੀ ਆਪਣੀਆਂ ਨੋਹਾਂ ਨੂੰ ਨਾਲ ਲੈ ਕਰਕੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕਰਕੇ ਪਾਲਕੀ 'ਚ ਬਿਰਾਜਮਾਨ ਹੋ ਕੇ ਚੱਲ ਪਏ ਜੀ। ਤੀਨੋਂ ਗੁਰ ਮਹਿਲਾ ਚੜ ਡੋਰੇ ਗਮਨ ਕੀਨ ਅਨੰਦਪੁਰ ਓਰੇ। ਉਹ ਸਤਿਗੁਰਾਂ ਦੇ ਮਹਿਲ ਵੀ ਡੋਲਿਆਂ ਵਿੱਚ ਬੈਠ ਕੇ ਅਨੰਦਪੁਰ ਵੱਲ ਚੱਲ ਪਏ ਦੋਹਰਾ। ਮੰਡੀ ਪਤ ਮਹਿਪਾਲ ਕੋ ਸੁਧ ਕੀਨੀ ਕਿਨ ਆਏ। ਜਿਹੜਾ ਉਸ ਵੇਲੇ ਸਕੇਤ ਮੰਡੀ ਦਾ ਰਾਜਾ ਸੀ ਉਹਨੂੰ ਕਿਸੇ ਨੇ ਦੱਸਿਆ ਬਈ ਤੇਰੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਆਏ ਹੋਏ ਆ। ਅਬ ਲੋ ਗੁਰ ਡੇਰਾ ਤਹਾ ਚਮੰਗ ਸੰਗ ਸਮਦਾਏ। ਅਜੇ ਤੱਕ ਸਤਿਗੁਰੂ ਰਵਾਲਸਰ ਦੇ ਤੀਰਥ ਤੇ ਬਿਰਾਜਮਾਨ ਹਨ। ਸੁਣ ਕਰ ਆਪਣੇ ਹਿਰਦੇ ਵਿਚਾਰੇ ਗੁਰ ਆਨੋ ਇਸ ਪੰਥ ਮਜਾਰੇ। ਅੱਛਾ, ਫਿਰ ਮੈਂ ਗੁਰੂ ਸਾਹਿਬ ਨੂੰ ਆਪਣੇ ਸਕੇਤ ਮੰਡੀ ਆਪਣੇ ਇਲਾਕੇ ਵੱਲ ਲੈ ਕੇ ਆਉਂਦਾ ਹਾਂ। ਮਿਲੇ ਜਾਏ ਤੈ ਨਿਜ ਸੰਗ ਲਿਆਹੋ ਨਿਜਪੁਰ ਮੈਂ ਡੇਰਾ ਉਤਰਾਓ। ਮੈਂ ਹੁਣੇ ਹੀ ਜਾਂਦਾ ਹਾਂ ਤੇ ਗੁਰੂ ਸਾਹਿਬ ਨੂੰ ਆਪਣੇ ਇਲਾਕੇ 'ਚ ਰੋਕਾਂਗਾ, ਸੇਵਾ ਪਾਣੀ ਕਰਾਂਗਾ, ਉਹਨਾਂ ਦੀਆਂ ਬਖਸ਼ਾਂ ਲਵਾਂਗਾ। ਇਹ ਸਕੇਤ ਮੰਡੀ ਵਾਲਾ ਰਾਜਾ ਸਤਿਗੁਰਾਂ ਨੂੰ ਜਾ ਕੇ ਮਿਲਦਾ ਹੈ ਤੇ ਉਹਨਾਂ ਨੂੰ ਆਪਣੀ ਮੰਡੀ ਵਿੱਚ ਚਰਨ ਪਾਉਣ ਦੀ ਬੇਨਤੀ ਕਰਦਾ ਹੈ। ਹੁਣ ਪਾਤਸ਼ਾਹ ਉਸ ਦੇ ਰਸਤੇ ਉਸ ਦੇ ਇਲਾਕੇ ਵਿੱਚ ਆਉਂਦੇ ਹੈ, ਉੱਥੇ ਕੀ ਬਖਸ਼ਾਂ ਕਰਦੇ ਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी से अगनास। हे पूरन हे सर्व में दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा बबेक। हे अपरंपर हर हरे हैप्पी हो बनहार। हे संत है कै सदा संग निदारा आधार। हे ठाकुर हों दासरो मैं निर्गुण गुण नहीं कोई। नानक दीजै नाम दान राखो ही परोए। आए प्रभ शरणागति कृपा निध दयाल। एक अखर हर मन बसत नानक होत निहाल। एक ओंकार सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह।